ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ, ਤੁਸੀਂ ਸਭ ਬਖੂਬੀ ਜਾਣਦੇ ਹੋ ਕਿ ਕਲਿਆਣ ਤੋਂ ਜਿਹੜਾ ਸਰੂਪ ਚੋਰੀ ਹੋਇਆ ਸੀਗਾ ਤੇ ਉਸ ਦੇ ਬਾਰੇ ਇੱਕ ਬੀਬੀ ਨੇ ਕੱਲ੍ਹ ਖੁਲਾਸੇ ਕੀਤੇ ਸੀ। ਨੂੰਹ ਸੀ ਇੱਕ ਪਰਿਵਾਰ ਦੀ, ਉਸ ਬੰਦੇ ਦਾ ਨਾਮ ਹੈ ਗੋਰਾ। ਤੇ ਕੱਲ੍ਹ ਇੱਕ ਹੋਰ ਵਿਅਕਤੀ ਨੇ ਵੀਡੀਓ ਪਾਈ ਸੀ ਜਿਸ ਦੇ ਵਿੱਚ ਕਿਹਾ ਸੀ ਕਿ ਬੀਬੀ ਦਾ ਆਪਣਾ ਘਰ ਦਾ ਕੁਝ ਕਲੇਸ਼ ਹੈ, ਇਸ ਕਰਕੇ ਉਹ ਇਲਜ਼ਾਮ ਲਾ ਰਹੀ ਹੈ। ਤੇ ਉਸ ਵਿਅਕਤੀ ਦਾ ਨਾਮ ਸੀ ਸੁਖਦੇਵ ਸਿੰਘ। ਅੱਜ ਸਤਿਕਾਰ ਕਮੇਟੀ ਤੇ ਦਮਦਮੀ ਟਕਸਾਲ ਤੋਂ ਭਾਈ ਅਮਰੀਕ ਸਿੰਘ ਅਜਨਾਲਾ ਆਏ ਹੋਏ ਨੇ, ਸੁਖਜੀਤ ਸਿੰਘ ਖੋਸਾ ਆਏ ਹੋਏ ਨੇ ਇੱਥੇ। ਤੇ ਸਰੂਪ 3 ਜਿਹੜੇ ਸੀਗੇ ਉਹ ਛਾਪੇ ਵਾਲੇ ਸਰੂਪ ਇਸ ਘਰ ਦੇ ਵਿੱਚ, ਕਿਉਂਕਿ ਇਹ ਗੁਰਦੁਆਰਾ ਨਹੀਂ ਹੈਗਾ, ਕੋਠੀ ਨੂੰ ਗੁਰਦੁਆਰੇ ਦਾ ਨਾਮ ਦਿੱਤਾ ਗਿਆ ਹੈ। 4 ਸਰੂਪ ਇੱਥੋਂ ਬਰਾਮਦ ਹੋਏ ਨੇ। ਇੱਕ ਹੱਥ ਲਿਖਤ ਸਰੂਪ ਹੈ ਤੇ 3 ਜਿਹੜੇ ਸਰੂਪ ਨੇ ਉਹ ਪ੍ਰਿੰਟਡ ਨੇ ਤੇ ਉਸ ਤੋਂ ਇਲਾਵਾ ਕਈ ਪੋਥੀਆਂ ਨੇ। ਪਰ ਗੁਰੂ ਘਰ ਦਾ ਨਾਮ ਦੇ ਕੇ ਇੱਥੇ ਕਹਿ ਸਕਦੇ ਹਾਂ ਕਿ ਇੱਕ ਜਿੱਦਾਂ ਧੰਦਾ ਚਲਾਇਆ ਜਾਂਦਾ ਉਹ ਹੋ ਰਿਹਾ ਸੀ। ਤੇ ਆਓ ਪਹਿਲਾਂ ਭਾਈ ਅਮਰੀਕ ਸਿੰਘ ਅਜਨਾਲਾ ਜੀ ਨਾਲ ਗੱਲਬਾਤ ਕਰਦੇ ਹਾਂ ਤੇ ਪੁੱਛਦੇ ਹਾਂ ਕਿ ਆਖਿਰ ਇਹ ਕੀ ਸੋਚਦੇ ਨੇ, ਕਿਉਂਕਿ ਇਹ ਸਿਰਫ ਇੱਕ ਥਾਂ ਦੀ ਗੱਲ ਨਹੀਂ ਹੈ। ਬਹੁਤ ਥਾਵਾਂ ਦੇ ਉੱਤੇ ਗੁਰੂ ਦੀ ਇੱਦਾਂ ਬੇਅਦਬੀ ਹੁੰਦੀ ਹੈ ਜਿੱਥੇ ਗੁਰੂ ਨੂੰ ਨਾ ਤਾਂ ਪੂਰਨ ਮਰਿਆਦਾ ਦੇ ਨਾਲ ਰੱਖਿਆ ਜਾਂਦਾ ਹੈ, ਨਾ ਪ੍ਰਕਾਸ਼ ਕੀਤੇ ਜਾਂਦੇ ਨੇ, ਨਾ ਸੁਖਾਸਨ ਕੀਤੇ ਜਾਂਦੇ ਨੇ। ਈਵਨ ਕਈ ਥਾਵਾਂ ਦੇ ਉੱਤੇ ਲਾਵਾਂ ਕਰਵਾਉਣ ਦੇ ਪੈਸੇ ਲਿੱਤੇ ਜਾਂਦੇ ਨੇ, ਧੰਦੇ ਬਣਾਏ ਹੋਏ ਨੇ। ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹੋਗੇ ਕਿ ਇਹ ਜ਼ਿੰਮੇਵਾਰੀ ਕਿਸ ਦੀ ਹੈ ਕਿ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕੋਈ ਵੀ ਲਿਆ ਕੇ ਪ੍ਰਕਾਸ਼ ਕਰਕੇ ਕਿਸੇ ਵੀ ਤਰੀਕੇ ਨਾਲ ਕੁਝ ਵੀ ਕਰੇ, ਰੋਕੇਗਾ ਕੌਣ? ਇਹਦੀ ਜੀ ਅਸਲੀਅਤ ਤੌਰ ਤੇ ਜਿਹੜੀ ਜ਼ਿੰਮੇਵਾਰੀ ਜਾਂ ਦੋਸ਼ੀ ਕਹਿ ਲਓ, ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਜੀ। ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਛਾਪਣ ਦੀ ਜਾਂ ਪੋਥੀਆਂ ਛਾਪਣ ਦੀ ਸੇਵਾ ਕਰਦੇ ਆ। ਪਿੱਛੇ ਜੇ ਬਾਦਲ ਦੇ ਬਣਾਏ ਜਥੇਦਾਰ ਨੇ ਇੱਕ ਬਿਆਨ ਵੀ ਦਿੱਤਾ ਸੀ, ਅਸੀਂ ਘਰਾਂ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਰੂਪ ਨੇ ਉੱਥੇ ਜਾਵਾਂਗੇ, ਪਰ ਉਹ ਮੀਡੀਏ ਤੱਕ ਸੀਮਤ ਰਹਿ ਗਿਆ। ਕੋਈ ਉਹਨਾਂ ਦੇਖਭਾਲ ਨਹੀਂ ਕੀਤੀ। ਜੇ ਦੇਖਭਾਲ ਕੀਤੀ ਹੁੰਦੀ ਜਾਂ ਕਰਦੇ ਤੇ ਸਾਨੂੰ ਆ ਨਮੋਸ਼ੀ ਵਾਲੀਆਂ ਗੱਲਾਂ ਸੁਣਨ ਤੇ ਵੇਖਣ ਨੂੰ ਨਾ ਮਿਲਦੀਆਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਨਰਾਦਰੀ ਸਾਨੂੰ ਵੇਖਣ ਵਾਸਤੇ ਨਾ ਮਿਲਦੀ। ਪੂਰਨ ਤੌਰ ਤੇ ਜ਼ਿੰਮੇਵਾਰ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਇਹ ਸਾਡੇ ਵੱਡ ਪੁਰਖਿਆਂ ਨੇ ਕੁਰਬਾਨੀਆਂ ਦੇ ਕਰਕੇ 2 ਜਥੇਬੰਦੀਆਂ, ਇੱਕ ਰਾਜਨੀਤਿਕ ਤੇ ਇੱਕ ਧਾਰਮਿਕ, ਇਹ ਖੜੀਆਂ ਕੀਤੀਆਂ ਸੀ। ਪਰ ਅਫਸੋਸ ਸਿੱਖ ਕੌਮ ਦੀ ਇਹ ਤਰਾਸਦੀ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦੋਨਾਂ ਤੇ ਬਾਦਲ ਪਰਿਵਾਰ ਦਾ ਕਬਜ਼ਾ। ਬਾਦਲ ਪਰਿਵਾਰ ਕੌਣ ਆ? 4 ਪੀੜ੍ਹੀਆਂ ਤੋਂ ਗੁਰਮੁਖੋ ਬਾਦਲ ਪਰਿਵਾਰ ਪੰਥ ਵਿਰੋਧੀ ਰਿਹਾ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਬਾਦਲ ਪਰਿਵਾਰ ਵਿਰੋਧੀ ਰਹੇਗਾ। ਮੈਂ ਸਮਝਦਾ ਕਿ ਇਹਦੇ ਵਿੱਚ ਧਾਰਮਿਕ ਜਥੇਬੰਦੀਆਂ ਦੀ ਵੀ ਅਣਗਹਿਲੀ ਹੈ, ਜਿਨ੍ਹਾਂ ਨੇ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਦੇ ਨਾਲ ਨਿਭਾਉਣ ਦਾ ਯਤਨ ਨਹੀਂ ਕੀਤਾ ਜੀ। ਪਰ ਅਗਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਪਤਾ ਹੈ ਕਿ ਪਿੱਛੇ ਜੇ ਸਰੂਪ 328 ਸਰੂਪਾਂ ਦਾ ਬਹੁਤ ਰੌਲਾ ਪਿਆ ਸੀਗਾ, ਜਦਕਿ ਜਥੇਦਾਰ ਨੇ ਆਪ ਕਿਹਾ ਸੀ 374 ਜਾਂ 78 ਸਰੂਪ ਨੇ ਜੋ ਨਿਕਲੇ ਸੀ, ਬਾਅਦ 'ਚ 328 ਦਾ ਹੀ ਰੌਲਾ ਪਿਆ ਹੈ। ਪਰ ਉਸ ਤੋਂ ਇਲਾਵਾ ਬਹੁਤ ਸਾਰੇ ਸਰੂਪ ਚਾਈਨਾ ਤੋਂ ਛਪੇ ਨੇ ਤੇ ਉਹਨਾਂ ਦੇ ਵਿੱਚ ਮਿਲਾਵਟ ਵੀ ਹੈ। ਸਾਡਾ ਸਿੱਖ ਇਤਿਹਾਸ ਜਿਹੜਾ ਕਿ SGPC ਦੀਆਂ ਸਾਈਡਾਂ 'ਤੇ ਪਿਆ, ਉਹਦੇ ਵਿੱਚ ਬਹੁਤ ਸਾਰੀ ਮਿਲਾਵਟ ਹੈ। ਹੁਣ ਤਾਂ ਇੱਥੇ ਤੱਕ ਕਿ ਕਿਤਾਬਾਂ ਜਿਹੜੀਆਂ ਛਪੀਆਂ ਨੇ ਉਹਨਾਂ ਦੇ ਵਿੱਚ ਸਾਡੇ ਕਲਗੀਧਰ ਨੂੰ ਚੋਰ ਡਾਕੂ ਤੱਕ, ਲੁਟੇਰਾ ਤੱਕ ਕਹਿ ਦਿੱਤਾ। ਹੁਣ ਜਿਹੜੀ ਸਾਡੀ ਜਥੇਬੰਦੀ ਸਿੱਖ ਕੌਮ ਦੀ ਨੁਮਾਇੰਦਾ ਜਥੇਬੰਦੀ ਸੀ, ਅਗਰ ਉਹ ਹੀ ਇਹ ਗੁਨਾਹ ਕਰ ਰਹੀ ਹੈ ਤਾਂ ਇਹਦਾ ਹੱਲ ਕੀ ਹੈ? ਉਹਨਾਂ ਤੋਂ ਛੁਟਕਾਰਾ ਅਸੀਂ ਕਿੱਦਾਂ ਪਾਈਏ? ਉਹਦੇ ਤੋਂ ਛੁਟਕਾਰੇ ਦਾ ਇੱਕੋ ਇੱਕ ਤਰੀਕਾ ਹੈ ਕਿ ਜਿਹੜੀ ਸਿੱਖ ਸੰਗਤ ਹੈ ਉਹਦੀ ਇਕੱਤਰਤਾ ਹੋ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸਰਜੀਤ ਕਰਨ ਦੀ ਸਾਨੂੰ ਜ਼ਰੂਰਤ ਹੈ। ਜਿੰਨਾ ਚਿਰ ਤੱਕ ਆਪਾਂ ਇੱਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਨਹੀਂ ਤੁਰਦੇ, ਸਿੱਖੀ ਅਸੂਲਾਂ 'ਤੇ ਪਹਿਰਾ ਨਹੀਂ ਦਿੰਦੇ, ਸ਼੍ਰੋਮਣੀ ਅਕਾਲੀ ਦਲ 'ਤੇ ਜਿਹੜਾ ਕਬਜ਼ਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਕਬਜ਼ਾ ਸਾਨੂੰ ਬਾਦਲ ਪਰਿਵਾਰ ਦੇ ਕੋਲੋਂ ਛਡਾਉਣ ਦੀ ਜ਼ਰੂਰਤ ਆ। ਜਿਸ ਦਿਨ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਹੋਗੀ, ਸਾਨੂੰ ਇਹ ਦਿਨ ਦੁਬਾਰਾ ਵੇਖਣ ਵਾਸਤੇ ਨਹੀਂ ਮਿਲਣਗੇ। ਸਫਰੀ ਸਰੂਪ ਇੱਕ ਖਜ਼ਾਨਾ ਆ ਸਿੱਖ ਕੌਮ ਦਾ। ਬਹੁਤ ਛੋਟੇ ਸਰੂਪ ਹੁੰਦੇ ਸੀਗੇ, ਜਦੋਂ ਜੰਗਾਂ ਲੱਗਦੀਆਂ ਸੀ ਤਾਂ ਸਿੰਘ ਆਪਣੀ ਦਸਤਾਰ ਦੇ ਵਿੱਚ ਰੱਖਦੇ ਸੀ ਤੇ ਜਦੋਂ ਸਮਾਂ ਲੱਗਦਾ ਸੀ ਤੇ ਉਦੋਂ ਪਾਠ ਕਰਦੇ ਸੀ। ਪਰ ਅਜਿਹੇ ਖਜ਼ਾਨੇ ਨੂੰ ਅਗਨ ਭੇਟ ਕਰਨਾ ਜਾਂ ਚੋਰੀ ਕਰਨਾ, ਤੁਹਾਨੂੰ ਨਹੀਂ ਲੱਗਦਾ ਕਿ ਇਸ ਦੀ ਕੋਈ ਨਿਰਧਾਰਿਤ ਸਜ਼ਾ ਹੋਣੀ ਚਾਹੀਦੀ ਹੈ? ਕਿਉਂਕਿ ਜਿੰਨੀਆਂ ਬੇਅਦਬੀਆਂ ਹੁੰਦੀਆਂ ਨੇ ਉਹਨਾਂ ਨੂੰ ਅਗਰ ਨਿਸ਼ਾਨਦੇਹੀ ਹੋ ਵੀ ਜਾਂਦੀ ਹੈ, ਸਜ਼ਾ ਉਹਨਾਂ ਨੂੰ ਦੇ ਵੀ ਦਿੱਤੀ ਜਾਂਦੀ ਹੈ, ਕੁਝ ਮਹੀਨੇ ਅੰਦਰ ਰੱਖ ਕੇ ਫਿਰ ਗਨਮੈਨ ਦੇ ਕੇ ਬਾਹਰ ਕੱਢ ਦਿੱਤਾ ਜਾਂਦਾ ਹੈ ਤੇ ਫਿਰ ਉਸ ਤੋਂ ਬਾਅਦ ਉਹਨਾਂ ਦੇ ਹੌਸਲੇ ਤੁਹਾਨੂੰ ਨਹੀਂ ਲੱਗਦਾ ਹੋਰ ਜ਼ਿਆਦਾ ਬੁਲੰਦ ਹੁੰਦੇ ਨੇ? ਜਿੱਦਾਂ ਪਾਕਿਸਤਾਨ ਦੇ ਵਿੱਚ 302 ਦੀ ਉਹਨਾਂ ਨੇ ਸਜ਼ਾ ਉਹਨਾਂ 'ਤੇ ਲਾਈ ਹੈ ਵੀ ਇਹਨਾਂ ਨੂੰ ਸਜ਼ਾਏ ਮੌਤ ਦਿੱਤੀ ਜਾਵੇ ਕੋਈ ਵੀ ਧਾਰਮਿਕ ਗ੍ਰੰਥ ਦੀ ਅਗਰ ਕੋਈ ਬੇਅਦਬੀ ਕਰਦਾ। ਤੁਹਾਨੂੰ ਲੱਗਦਾ ਇੱਦਾਂ ਦਾ ਕੋਈ ਉਪਰਾਲਾ ਇੱਥੇ ਵੀ ਹੋਣਾ ਚਾਹੀਦਾ ਹੈ?
ਮੇਰੀ ਸੋਚਣ ਅਨੁਸਾਰ ਜਿਹੜਾ ਕੋਈ ਧਾਰਮਿਕ ਗ੍ਰੰਥ ਆ, ਭਾਵੇਂ ਹਿੰਦੂ ਮਤ ਦਾ, ਭਾਵੇਂ ਈਸਾਈ ਦਾ, ਭਾਵੇਂ ਮੁਸਲਮਾਨੀ ਮਤ ਦਾ, ਉਹ ਗ੍ਰੰਥ ਨੇ। ਪਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਇਹ ਗ੍ਰੰਥ ਨਹੀਂ, ਇਹ ਗ੍ਰੰਥ ਵੀ ਆ ਅਤੇ ਨਾਲ ਇਹਨਾਂ ਨੂੰ ਗੁਰੂ ਪਦਵੀ ਵੀ ਮਿਲੀ ਆ। ਅਸੀਂ ਸਾਰੇ ਧਰਮਾਂ ਦਾ, ਧਾਰਮਿਕ ਗ੍ਰੰਥਾਂ ਦਾ ਸਤਿਕਾਰ ਕਰਦੇ ਹਾਂ। ਕੋਈ ਵੀ ਬੰਦਾ ਕਿਸੇ ਵੀ ਧਰਮ ਦੇ ਧਾਰਮਿਕ ਗ੍ਰੰਥ ਦੀ ਨਿਰਾਦਰੀ ਕਰਨ ਦਾ ਕੋਈ ਯਤਨ ਕਰਦਾ, ਜੋ ਪਾਇਆ ਜਾਂਦਾ, ਮੇਰੀ ਸੋਚ ਅਨੁਸਾਰ ਉਹਨੂੰ ਸਜ਼ਾਏ ਮੌਤ ਸਜ਼ਾ ਮਿਲਣੀ ਜ਼ਰੂਰੀ ਆ। ਪਰ ਇਹ ਵੀ ਮੈਂ ਸਮਝਦਾ ਕਿ ਸਾਡੇ ਨਾਲ ਇੱਕ ਕਾਨੂੰਨੀ ਵਿਤਕਰਾ ਹੈ। ਕਾਨੂੰਨੀ ਵਿਤਕਰੇ ਦੇ ਵਿੱਚ ਵੇਖੋ 295 ਏ ਲਾਈ ਜਾਂਦੀ ਹੈ, ਇਹਦੀ ਨੋਰਮਲ ਸਜ਼ਾ ਆਮ ਹੀ ਲੋਅਰ ਕੋਰਟ ਦੇ ਵਿੱਚ ਉਹਦੀ ਜ਼ਮਾਨਤ ਹੋ ਜਾਂਦੀ ਹੈ, 3 ਸਾਲ ਇਹਦੀ ਸਜ਼ਾ। ਪਰ ਸਾਡੇ ਸੋਚਣ ਅਨੁਸਾਰ ਵੇਖੋ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ, ਚੰਦੂ ਨੇ ਸ਼ਹੀਦ ਕੀਤਾ ਅਤੇ ਚੰਦੂ ਨੂੰ ਸਜ਼ਾਏ ਮੌਤ ਜਹਾਂਗੀਰ ਦੇ ਬਾਦਸ਼ਾਹ ਦੇ ਮੁਗਲ ਰਾਜ ਦੇ ਸਮੇਂ 'ਤੇ ਵੀ ਉਹਨੂੰ ਸਜ਼ਾਏ ਮੌਤ ਦਿੱਤਾ ਸੀ। ਇਸ ਕਰਕੇ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਸਰੂਪਾਂ ਦੀ, ਪੋਥੀਆਂ ਦੀ, ਗੁਟਕੇ ਸਾਹਿਬ ਦੀ ਨਿਰਾਦਰੀ ਕਰਦਾ, ਉਹਨੂੰ ਵਿਸ਼ੇਸ਼ ਅਦਾਲਤ ਬਣਨੀ ਚਾਹੀਦੀ ਆ, ਵਿਸ਼ੇਸ਼ ਸਜ਼ਾ ਮਿਲਣੀ ਚਾਹੀਦੀ ਆ, ਕਿ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਪਾਵਨ ਗੁਰਬਾਣੀ ਦੀ ਨਿਰਾਦਰੀ ਨਾ ਕਰੇ। ਜੀ ਬਹੁਤ ਬਹੁਤ ਧੰਨਵਾਦ। ਸਾਡੇ ਨਾਲ ਸੁਖਜੀਤ ਸਿੰਘ ਖੋਸਾ ਜੀ ਵੀ ਨੇ, ਤੇ ਆਓ ਪਹਿਲਾਂ ਇਹਨਾਂ ਸਿੰਘ ਸਾਹਿਬ ਨਾਲ। ਸਰ, ਤੁਸੀਂ ਬਾਬਾ ਰੇਸ਼ਮ ਸਿੰਘ ਸਾਡੇ ਨਾਲ ਨੇ। ਸਰ, ਜਥੇਬੰਦੀ ਦਾ ਨਾਮ ਦੱਸ ਕੇ ਤੁਸੀਂ ਦੱਸਣਾ ਕਿ ਤੁਸੀਂ ਇਸ ਸਾਰੇ ਮਸਲੇ ਬਾਰੇ ਕੀ ਸੋਚਦੇ ਹੋ। ਟਕਸਾਲ ਦੇ ਨਾਲ ਹੀ ਆ ਜੀ। ਹਾਂਜੀ, ਦਾਸ ਰੇਸ਼ਮ ਸਿੰਘ ਖਖਰਾਣਾ, ਸੇਵਾਦਾਰ ਦਮਦਮੀ ਟਕਸਾਲ। ਅੱਜ ਅਸੀਂ ਇੱਥੇ ਇਸ ਕਰਕੇ ਪਹੁੰਚੇ ਹਾਂ ਕਿ ਜਿਹੜਾ ਆਹ ਸਥਾਨ ਪ੍ਰਾਈਵੇਟ ਬਣਾਇਆ ਗਿਆ, ਇਹਦਾ ਜਿਹੜਾ ਮੁਖੀ ਸੀਗਾ, ਉਹਨੇ ਪਹਿਲਾਂ 4 ਸਾਲ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਫਰੀ ਸਰੂਪ ਗੁਰਦੁਆਰਾ ਕਲਿਆਣ ਪਿੰਡ ਤੋਂ ਚੋਰੀ ਕੀਤੇ ਸੀਗੇ। ਚੋਰੀ ਕਰਨ ਤੋਂ ਬਾਅਦ ਉਹਨੇ ਆਪਣੇ ਘਰੇ ਉਹ ਸਰੂਪ ਰੱਖੇ, ਅਤੇ ਜਦੋਂ ਰੌਲਾ ਗੌਲਾ ਪੈ ਗਿਆ, ਉਹਦੀ ਮਨਸ਼ਾ ਸੀਗੀ ਇਹ ਸਰੂਪ ਮਹਿੰਗੇ ਮੁੱਲ ਵੇਚਣ ਦੀ। ਹਾਂ, ਕਿਉਂਕਿ ਜਿਹੜੇ ਪੁਰਾਤਨ ਸਰੂਪ ਹੈ, ਛੋਟੇ ਸਾਈਜ਼ ਦੇ ਸਰੂਪ ਹੈ, ਇਤਿਹਾਸਕ ਸਰੂਪ ਹੈ, ਉਹਨਾਂ ਦੀ ਕੀਮਤ ਬਹੁਤ ਮਿਲਦੀ ਹੈ, ਬਾਹਰ ਕਰੋੜਾਂ ਰੁਪਈਆ ਉਹਨਾਂ ਦੀ ਕੀਮਤ ਹੈ। ਪਰ ਉਹਨੇ ਇਹ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਵੇਚ ਕੇ ਪੈਸਾ ਵੱਟ ਲੂੰਗਾ। ਪਰ ਜਦੋਂ ਰੌਲਾ ਗੌਲਾ ਪੈ ਗਿਆ, ਉਹਦਾ ਨਾਂ ਇਹ ਕੇਸ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ, ਉਹ 'ਤੇ ਦੋਸ਼ ਲੱਗਣੇ ਸ਼ੁਰੂ ਹੋਏ, ਤਾਂ ਉਹ ਬੰਦੇ ਨੇ ਸਬੂਤ ਖਤਮ ਕਰਨ ਵਾਸਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅਗਨ ਭੇਟ ਕਰਤਾ ਆਪਣੇ ਘਰ ਦੇ ਵਿੱਚ ਹੀ। ਸੋ ਜਦੋਂ ਇਹ ਦੋਸ਼ ਲੱਗ ਗਿਆ, ਤਾਂ ਫਿਰ ਉਹ ਬੰਦਾ ਆਪਣੇ ਘਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਣ ਦਾ ਹੱਕਦਾਰ ਨਹੀਂ, ਕਿਉਂਕਿ ਜਦੋਂ ਉਹਨੂੰ ਮਹਾਰਾਜ 'ਤੇ ਭਰੋਸਾ ਨਹੀਂ, ਸ਼ਰਧਾ ਨਹੀਂ, ਵਿਸ਼ਵਾਸ ਨਹੀਂ, ਕਿਉਂਕਿ ਉਹਨੇ ਸਿਰਫ ਤੇ ਸਿਰਫ ਜੇ ਸਰੂਪ ਰੱਖੇ ਜਾਂ ਉਹ ਇਹ ਕੰਮ ਕਰ ਰਿਹਾ ਤਾਂ ਉਹ ਪੈਸਾ ਕਮਾਉਣ ਦੀ ਬਾਬਤ ਕਰ ਰਿਹਾ। ਪਰ ਜਦੋਂ ਉਹ 'ਤੇ ਆਂਚ ਆਈ ਤਾਂ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅਗਨ ਭੇਟ ਕਰਤਾ। ਇਸ ਕਰਕੇ ਅੱਜ ਇਹ ਸਾਰੀਆਂ ਜਥੇਬੰਦੀਆਂ, ਸਤਿਕਾਰ ਕਮੇਟੀਆਂ, ਦਮਦਮੀ ਟਕਸਾਲ, ਸੰਤ ਸਮਾਜ ਸਾਰੇ ਰਲ ਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਇਹ ਇੱਥੋਂ ਸਰੂਪ ਅਤੇ ਪੋਥੀਆਂ ਜਿਹੜੀਆਂ ਉਹ ਗੁਰਦੁਆਰਾ ਸਾਹਿਬ ਲੈ ਕੇ ਜਾ ਰਹੇ ਆ, ਕਿਉਂਕਿ ਉਸ ਬੰਦੇ ਨੂੰ ਕੋਈ ਅਧਿਕਾਰ ਨਹੀਂ। ਨਿਸ਼ਾਨ ਸਾਹਿਬ ਹੀ ਉਤਾਰਤਾ। ਇਹਨੂੰ ਅਸੀਂ ਗ੍ਰਿਫਤ ਦੇ ਵਿੱਚ ਲਿਆਉਣ ਵਾਸਤੇ ਪੂਰੀ ਜੱਦੋਜਹਿਦ ਕੀਤੀ ਹੈ। 4 ਸਾਲ ਹੋ ਗਏ ਲੱਗਿਆਂ ਨੂੰ, ਅਤੇ ਅਸੀਂ ਕਈ ਵਾਰ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਦੇ ਵਿੱਚ ਪ੍ਰਸ਼ਾਸਨ ਦੇ ਨਾਲ ਮੀਟਿੰਗਾਂ ਵੀ ਹੋਈਆਂ। ਜਿਹੜੀ ਉਹ ਸਿੱਟ ਬਣੀ ਸੀਗੀ, ਜਦੋਂ ਭਗਵੰਤ ਮਾਨ ਨੂੰ ਮਿਲੇ ਆ, ਉਹ ਅਸੀਂ ਸਾਰੇ ਗਏ ਸੀਗੇ। ਉਦੋਂ ਇਹ ਸਾਡੀ ਮੁੱਖ ਮੰਗ ਸੀ ਕਿ ਉਹ ਜਿਹੜਾ ਸਫਰੀ ਸਰੂਪ ਹੈ ਉਹਦਾ ਥਹੁ ਪਤਾ ਲੱਗਣਾ ਚਾਹੀਦਾ, ਅਤੇ ਉਹ ਸਾਡੇ ਕਹਿਣ 'ਤੇ ਸਿੱਟ ਬਣੀ ਸੀ IG ਸ਼ੀਨਾ ਦੀ ਅਗਵਾਈ ਦੇ ਵਿੱਚ। ਪਰ ਹੁਣ ਤੱਕ ਕੋਈ ਬਹੁਤਾ ਸਾਨੂੰ ਲੱਗਦਾ ਨਹੀਂ ਸੀਗਾ ਵੀ ਇਨਸਾਫ ਮਿਲੂਗਾ। ਹੁਣ ਚਲੋ ਭਾਵੇਂ ਉਹਨਾਂ ਦੇ ਘਰ ਦਾ ਹੀ ਰੌਲਾ, ਪਰ ਘਰ ਦੇ ਮੈਂਬਰਾਂ ਨੇ ਇਸ ਗੱਲ ਨੂੰ ਨੰਗਾ ਕਰਤਾ, ਕਿਉਂਕਿ ਸਾਨੂੰ ਤਾਂ ਪਹਿਲਾਂ ਪਤਾ ਸੀ ਵੀ ਸਰੂਪ ਇਸੇ ਬੰਦੇ ਨੇ ਚੱਕਿਆ, ਪੁਲਿਸ ਨੂੰ ਵੀ ਉਸੇ 'ਤੇ ਸ਼ੱਕ ਸੀ, ਉੱਤੇ ਪਰਚਾ ਦਰਜ ਹੋ ਚੁੱਕਾ। ਪਰ ਹੁਣ ਇਹ ਗੱਲ ਜਮਾਂ ਨੰਗੀ ਹੋ ਗਈ ਜਦੋਂ ਪਰਿਵਾਰਕ ਮੈਂਬਰਾਂ ਨੇ ਸਿੱਧਾ ਕਹਿਤਾ ਕਿ ਅਸੀਂ ਦੇਖਿਆ ਸਰੂਪ ਅਗਨ ਭੇਟ ਕਰਦਾ। ਹੁਣ ਤਾਂ ਉਹ ਪੱਕਾ ਦੋਸ਼ੀ ਬਣ ਗਿਆ। ਇਸ ਕਰਕੇ ਜਿਹੜੀ ਅੱਜ ਦੀ ਕਾਰਵਾਈ ਕੀਤੀ ਗਈ ਹੈ, ਇੱਥੋਂ ਸਰੂਪ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ, ਉਹ ਗੁਰਦੁਆਰਾ ਸਾਹਿਬ ਪਹੁੰਚਾਏ ਗਏ। ਜੀ ਬਿਲਕੁਲ ਜੀ, ਕਿਉਂਕਿ ਜੋ ਵੀ ਬੇਅਦਬੀ ਕਰਦਾ ਹੈ ਉਸ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਗੁਰੂ ਦੀ ਸੇਵਾ ਕਰੇ ਜਾਂ ਫਿਰ ਉਹ ਗੁਰੂ ਸਾਹਿਬ ਦਾ ਪ੍ਰਕਾਸ਼ ਆਪਣੇ ਘਰ ਦੇ ਵਿੱਚ ਰੱਖੇ, ਕਿਉਂਕਿ ਉਸ 'ਤੇ ਅਸੀਂ ਭਰੋਸਾ ਨਹੀਂ ਕਰ ਸਕਦੇ। ਅਤੇ ਸੰਤ ਸਮਾਜ ਤੋਂ ਵੀ ਸਾਡੇ ਨਾਲ ਸਿੰਘ ਮੌਜੂਦ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਤੁਸੀਂ ਇਸ ਸਾਰੇ ਮਸਲੇ 'ਤੇ ਕੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਾਸ ਸੰਤਰੀਨ ਬਾਬਾ ਲਖਵੀਰ ਸਿੰਘ ਜੀ ਖਾਲਸਾ ਲੌਡਾ ਸਾਹਿਬ ਵਾਲੇ ਇਹ ਜਗ੍ਹਾ 'ਤੇ ਅਸੀਂ ਸਵੇਰੇ ਵੀ ਆ ਕੇ ਗਏ ਸੀ, ਉਹਨਾਂ ਨੂੰ ਮਿਲੇ ਵੀ ਸੀ। 11 ਕੁ ਵਜੇ ਇੱਥੇ ਪਹੁੰਚੇ ਸੀ, ਉਹਨਾਂ ਨਾਲ ਗੱਲਾਂ ਬਾਤਾਂ ਵੀ ਹੋਈਆਂ ਕੁਝ, ਅਤੇ ਉਹ ਬਾਅਦ ਵਿੱਚ ਚਲੇ ਗਏ। ਜੋ ਇਹ ਆਪਣੇ ਜਥੇਦਾਰ ਜੀ ਪਹੁੰਚੇ ਨੇ ਦਮਦਮੀ ਟਕਸਾਲ ਦੇ, ਸੁਖਜੀਤ ਸਿੰਘ ਜੀ ਖੋਸਾ ਜੀ, ਸਾਡੇ ਵੀਰ ਜੀ, ਸਾਰੇ ਜਿੰਨੇ ਜਥੇਬੰਦੀਆਂ ਪਹੁੰਚੀਆਂ, ਜੋ ਅੱਜ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇਹਨਾਂ ਨੇ ਬੇਅਦਬੀ ਕੀਤੀ ਆ,
ਜੋ ਇਹਨਾਂ ਦੀ ਨੂੰਹ ਦੀ ਵੀਡੀਓ ਸਾਹਮਣੇ ਆਈ ਸੀ ਉਹਦੇ ਤਹਿਤ ਉਹਨਾਂ ਸਬੂਤਾਂ ਤਹਿਤ ਤੇ ਅੱਜ ਇਹਨਾਂ ਦੇ ਘਰੋਂ ਜੋ ਪ੍ਰਾਈਵੇਟ ਗੁਰਦੁਆਰਾ ਸਾਹਿਬ ਇਹਨਾਂ ਨੇ ਬਣਾਇਆ ਹੋਇਆ ਸੀ ਤੇ ਇੱਥੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਜੋ ਸਾਰੇ ਲੈ ਕੇ ਗਏ ਆ ਤੇ ਨਿਸ਼ਾਨ ਸਾਹਿਬ ਵਧਾਇਆ ਗਿਆ ਤੇ ਜੋ ਗੋਲਕ ਸੀ ਉਹ ਸਾਈਡ ਤੇ ਕਰਤੀ। ਬਾਕੀ ਜੋ ਕਾਨੂੰਨੀ ਕਾਰਵਾਈ ਹੈ ਉਹ ਚਾਲੂ ਹੋਣੀ ਹੈ। ਤੁਹਾਨੂੰ ਲੱਗਦਾ ਹੈ ਕਿ ਇਨਸਾਫ ਮਿਲੂਗਾ? ਕਿਉਂਕਿ ਇਦਾਂ ਦੇ ਪਹਿਲਾਂ ਹੀ ਬਹੁਤ ਸਾਰੇ ਕਾਂਡ ਹੋਏ ਨੇ, ਕਿਉਂਕਿ ਇਸ ਨੂੰ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਬੇਅਦਬੀ ਹੋ ਰਹੀ ਹੈ, ਬੇਅਦਬੀ ਹੋ ਰਹੀ ਹੈ, ਬੇਅਦਬੀ ਹੋ ਰਹੀ ਹੈ। ਹੁਣ ਤਾਂ ਅਖਬਾਰਾਂ ਦੇ ਵਿੱਚ ਵੀ, ਨਿਊਜ਼ਪੇਪਰਸ ਦੇ ਵਿੱਚ ਵੀ ਬੇਅਦਬੀ ਕਾਂਡ ਲਿਖਿਆ ਜਾਣ ਲੱਗ ਪਿਆ, ਕਿਉਂਕਿ ਇੱਕ ਨਹੀਂ ਹੋਇਆ, 2 3 ਇੱਕ ਤੋਂ ਬਾਅਦ ਇੱਕ ਲਗਾਤਾਰ। ਆਖਿਰ ਠੱਲ ਕਿਉਂ ਨਹੀਂ ਪੈ ਰਹੀ? ਤੁਹਾਨੂੰ ਲੱਗਦਾ ਕਿ ਕਿਸੇ ਇੱਕ ਵਿਅਕਤੀ ਵਿਸ਼ੇਸ਼ ਦੀ ਆਪਣੀ ਇੰਨੀ ਹਿੰਮਤ ਹੈ ਕਿ ਇੰਨਾ ਕੁਝ ਕਰ ਸਕੇ ਜਦੋਂ ਤੱਕ ਕੋਈ ਵਿੱਚ ਦੀ ਧਿਰ ਜਾਂ ਪ੍ਰਸ਼ਾਸਨਿਕ ਧਿਰ ਨਾਲ ਨਾ ਹੋਵੇ ਜਾਂ ਸਾਥ ਨਾ ਦੇਵੇ? ਇਹ ਹੁਣ ਜਿਵੇਂ ਬੇਅਦਬੀਆਂ ਹੋ ਰਹੀਆਂ ਨੇ ਥਾਂ ਥਾਂ ਦੇ ਉੱਤੇ, ਪ੍ਰਸ਼ਾਸਨ ਫੜਲਾਂ ਦਾ ਇਹ ਬੁੱਧੀਮਾਨ ਆ ਜੀ, ਇਹ ਪਾਗਲ ਆ ਜੀ, ਇਹ ਕਹਿ ਕੇ ਇਹਨਾਂ ਨੂੰ ਲੈ ਜਾਂਦੇ ਨੇ, ਫੜ ਕੇ ਛੱਡ ਦਿੰਦੇ ਨੇ। ਹੁਣ ਜਿਵੇਂ ਪਿੱਛੇ ਜੇ ਆਪਣੇ ਦੁਖਨਿਵਾਰਨ ਸਾਹਿਬ ਉਹ ਬੀਬੀ ਸ਼ਰਾਬ ਪੀਂਦੀ ਫੜੀ ਗਈ, ਮੌਕੇ 'ਤੇ ਸੋਧਾ ਲਾਇਆ ਗਿਆ। ਜੋ ਆਪਣੇ ਪਿੱਛੇ ਛੋਟੇ ਸਾਹਿਬਜ਼ਾਦੇ ਦਾ ਸਥਾਨ ਮਰਿੰਡੇ ਕੋਤਵਾਲ ਸਾਹਿਬ, ਉੱਥੇ ਉਹਨੂੰ ਸਜ਼ਾ ਦਿੱਤੀ ਗਈ ਮੌਕੇ ਤੇ। ਚਲੋ ਜੇਲ੍ਹ ਦੇ ਵਿੱਚ ਵੀ ਆਪਣੇ ਵਕੀਲ ਸਾਹਿਬ ਨੇ ਉਹਨਾਂ ਦੇ ਗੋਲੀ ਮਾਰਨ ਦਾ ਯਤਨ ਕੀਤਾ। ਇਹ ਜਿਹੜੇ ਲੋਕ ਨੇ, ਜਿੰਨਾ ਚਿਰ ਇਹ ਪ੍ਰਸ਼ਾਸਨ ਦੇਖੋ ਕੋਈ ਇਹਨਾਂ ਦੀ ਹਾਜ਼ਰ ਨਹੀਂ, ਸਰਕਾਰ 'ਤੇ ਨਹੀਂ ਕੋਈ ਉਹ, ਇਹ ਚੀਜ਼ਾਂ ਦਾ ਗੁਰਸਿੱਖਾਂ ਨੂੰ ਜੋ ਪੁਰਾਤਨ ਮਰਜ਼ਾਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵੇਲੇ ਵੀ ਜਦੋਂ ਮਹਾਰਾਜ ਦੇ ਕਟਾਰ ਮਾਰੀ ਸੀ, ਮਹਾਰਾਜ ਨੂੰ ਉੱਥੀ ਝਟਕਾਤਾ ਸੀ, ਜਿਹੜਾ ਭੱਜਣ ਲੱਗਾ ਸੀ ਦੂਜਾ ਪਠਾਨ, ਉਹ ਸਿੰਘਾਂ ਨੇ ਚੱਕ ਲਿਆ। ਇਹ ਪੁਰਾਤਨ ਮਰਿਆਦਾ ਹੀ ਹੈ। ਇਹ ਤਾਂ ਬਸ ਜਿਹੜਾ ਕੋਈ ਵੀ ਮਿਲਦਾ ਮੌਕੇ 'ਤੇ ਉਸੇ ਸਮੇਂ ਉਹਦਾ ਸੋਧਾ ਲਾ ਦਿਓ, ਜੋ ਵੀ ਹੈ ਜੀ ਉਸੇ ਸਮੇਂ ਉਹਦਾ ਸੋਧਾ ਲਾਓ। ਤੇ ਬੀਤੇ ਲੰਬੇ ਸਮੇਂ ਤੋਂ ਅਸੀਂ ਦੇਖਿਆ ਕਿ ਬਹੁਤ ਸਿੰਘਾਂ ਨੇ ਇਹ ਕਾਰਵਾਈ ਕੀਤੀ ਵੀ ਹੈ, ਸੋਧੇ ਲੱਗੇ ਵੀ ਨੇ। ਤੇ ਓਬਵੀਅਸ ਹੈ ਵੀ ਅਗਰ ਸਰਕਾਰਾਂ, ਅਸੀਂ ਨਹੀਂ ਕਹਿੰਦੇ ਵੀ ਕੋਈ ਕਾਨੂੰਨ ਹੱਥ ਦੇ ਵਿੱਚ ਲਵੇ, ਪਰ ਜਿੱਦਾਂ ਪਟਿਆਲੇ ਦੁਖਨਿਵਾਰਨ ਸਾਹਿਬ ਗੁਰਦੁਆਰੇ ਦੇ ਵਿੱਚ ਹੋਇਆ ਤੇ ਜਿੱਦਾਂ ਨਿਰਮਲ ਸਿੰਘ ਸੈਣੀ ਨੇ ਸੋਧਾ ਲਾਇਆ ਉਸ ਔਰਤ ਨੂੰ, ਤੇ ਈਵਨ ਕਿ ਪੁਲਿਸ ਪ੍ਰਸ਼ਾਸਨ ਦਾ ਇਹ ਬਿਆਨ ਸੀ ਕਿ ਉਹ ਆਪਣੀਆਂ ਭਾਵਨਾਵਾਂ 'ਤੇ ਕਾਬੂ ਨਹੀਂ ਰੱਖ ਸਕਿਆ ਬੇਅਦਬੀ ਹੁੰਦੀ ਦੇਖ ਕੇ, ਤੇ ਉਸਨੇ ਗੋਲੀਆਂ ਚਲਾ ਦਿੱਤੀਆਂ। ਬਹੁਤ ਸਾਰੇ ਸਿੱਖ ਜਾਗਦੀਆਂ ਜ਼ਮੀਰਾਂ ਵਾਲੇ ਅਜਿਹੇ ਹੁੰਦੇ ਨੇ ਜਿਹਨਾਂ ਤੋਂ ਇਹ ਚੀਜ਼ਾਂ ਬਰਦਾਸ਼ਤ ਨਹੀਂ ਹੁੰਦੀਆਂ। ਫਿਰ ਅਗਰ ਤੁਸੀਂ ਚਾਹੁੰਦੇ ਹੋ ਵੀ ਉਹ ਦੋਸ਼ੀ ਨਾ ਬਣਨ ਜਾਂ ਉਹ ਸੋਧੇ ਨਾ ਲਾਉਣ, ਤਾਂ ਸਰਕਾਰਾਂ ਨੂੰ ਵੀ ਚਾਹੀਦਾ, ਅਸੀਂ ਵੀ ਆਪਣੇ ਚੈਨਲ ਵੱਲੋਂ ਬੇਨਤੀ ਕਰਦੇ ਹਾਂ ਭਗਵੰਤ ਮਾਨ ਸਰਕਾਰ ਨੂੰ ਵੀ ਕੋਈ ਅਜਿਹਾ ਕਾਨੂੰਨ ਬਣਾਇਆ ਜਾਵੇ ਕਿ ਕਿਸੇ ਸਿੰਘ ਨੂੰ ਕਾਨੂੰਨ ਆਪਣੇ ਹੱਥ 'ਚ ਨਾ ਲੈਣਾ ਪਵੇ। ਗ੍ਰੰਥ ਕੋਈ ਵੀ ਹੋਵੇ, ਧਰਮ ਕੋਈ ਵੀ ਹੋਵੇ, ਸਾਰੇ ਸਤਿਕਾਰਯੋਗ ਨੇ। ਇਹ ਨਹੀਂ ਹੈ ਕਿ ਅਸੀਂ ਸਿਰਫ ਅਗਰ ਗੁਰੂ ਘਰ ਦੇ ਵਿੱਚ ਬੈਠੇ ਹਾਂ ਜਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਤਾਂ ਅਸੀਂ ਸਿਰਫ ਉਹਨਾਂ ਤੱਕ ਹੀ ਸੀਮਿਤ ਹਾਂ, ਚਾਹੇ ਬੋਧੀ ਨੇ, ਜੈਨੀ ਨੇ, ਈਸਾਈ ਨੇ, ਮੁਸਲਮਾਨ ਭਾਈ ਨੇ ਜਾਂ ਹਿੰਦੂ ਵੀਰ ਨੇ। ਹਰ ਧਰਮ ਸਾਡੇ ਵਾਸਤੇ ਸਤਿਕਾਰਯੋਗ ਹੈ ਤੇ ਹਰ ਧਰਮ ਦਾ ਹਰ ਗ੍ਰੰਥ ਸਤਿਕਾਰਯੋਗ ਹੈ। ਬੇਅਦਬੀ ਕਿਸੇ ਧਰਮ ਦੀ, ਕਿਸੇ ਵੀ ਗ੍ਰੰਥ ਦੀ ਅਗਰ ਹੋਵੇ ਤਾਂ ਉਸ ਦੀ ਸਜ਼ਾ ਇੱਕੋ ਹੀ ਹੋਣੀ ਚਾਹੀਦੀ ਹੈ, ਤੇ ਉਹ ਸਜ਼ਾ ਉਹੀ ਹੈ, ਕੋਈ ਸਿੰਘ ਲਾ ਦੇਵੇ ਜਾਂ ਸਰਕਾਰ ਲਾ ਦੇਵੇ। ਸਿੰਘ ਸਾਹਿਬ ਤੋਂ ਤਰਲੋਚਨ ਸਿੰਘ ਸੋਲ ਸਾਡੇ ਨਾਲ ਨੇ, ਉਹਨਾਂ ਨਾਲ ਪੁੱਛਦੇ ਹਾਂ ਕਿ ਇਸ ਸਾਰੇ ਮਸਲੇ ਦੇ ਉੱਤੇ ਉਹ ਕੀ ਸੋਚਦੇ ਨੇ। ਬੇਅਦਬੀਆਂ ਲਗਾਤਾਰ ਹੁੰਦੀਆਂ ਨੇ, ਤਰੀਕੇ ਵੱਖ-ਵੱਖ ਹੋ ਸਕਦੇ ਨੇ, ਪਰ ਹਾਂ ਗੁਰੂ ਸਾਹਿਬ ਦਾ ਸਤਿਕਾਰ ਜਿੱਦਾਂ ਅਸੀਂ ਕਰਦੇ ਹਾਂ, ਮਰਿਆਦਾ ਬਹਾਲ ਰੱਖਣੀ ਹੁੰਦੀ ਹੈ। ਉਸ ਮਰਿਆਦਾ ਦੀਆਂ ਧੱਜੀਆਂ ਕਿਤੇ ਨਾ ਕਿਤੇ ਉੱਡਦੀਆਂ ਸਾਨੂੰ ਨਜ਼ਰ ਆਈ ਜਾਂਦੀਆਂ ਨੇ, ਜੋ ਸਿੱਖਾਂ ਦੇ ਹਿਰਦੇ ਵਲੂੰਦਰ ਕੇ ਰੱਖ ਦਿੰਦੀਆਂ ਨੇ। ਕੀ ਕਹੋਗੇ? ਸਫਰੀ ਸਰੂਪ ਚੋਰੀ ਹੁੰਦਾ ਹੈ, ਉਸ ਤੋਂ ਬਾਅਦ ਚੁੱਲ੍ਹੇ 'ਚ ਅੱਗ ਬਾਲ ਕੇ ਅਗਨ ਭੇਟ ਕਰ ਦਿੱਤਾ ਜਾਂਦਾ ਹੈ। ਉਹ ਖਜ਼ਾਨਾ ਸਿੱਖ ਕੌਮ ਦਾ ਜਿਸ ਨੂੰ ਦੇਖਣ ਵਾਸਤੇ ਕਈਆਂ ਦੀਆਂ ਅੱਖਾਂ ਤਰਸਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੇਖੋ ਜੀ, ਇਹ ਜਿਹੜਾ ਜਦੋਂ ਸਾਡੀ ਜ਼ਿੰਮੇਵਾਰ ਜਮਾਤ ਹੈ, ਜਿਸ ਤਰ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ, ਅਸਲ ਵਿੱਚ ਇਹ ਜਿਹੜਾ ਗੋਰਾ ਬਾਬਾ ਜਿਹਨੂੰ ਆਂਦੇ, ਜਿਨ੍ਹਾਂ ਦੇ ਆਪਾਂ ਅਜੇ ਇਹਨਾਂ ਦੇ ਘਰ ਬੈਠੇ ਹਾਂ, ਪਹਿਲਾਂ ਤੇ ਘਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦਾ ਸਨਮਾਨ ਪ੍ਰਕਾਸ਼ ਉਹ ਆਦਮੀ ਕਰ ਸਕਦਾ ਜਿਹਨੇ ਬਾਣੀ ਪੜ੍ਹਨੀ ਆ ਆਪਣੇ ਵਾਸਤੇ ਜਾਂ ਪੋਥੀ ਤੋਂ ਸਹਿਜ ਪਾਠ ਕਰਨਾ। ਇੰਨੇ ਪਾਵਨ ਸਰੂਪ ਇਹਨੇ ਆਪਣੇ ਘਰ ਦੇ ਵਿੱਚ ਬਿਰਾਜਮਾਨ ਕਰਨੇ, ਫਿਰ ਬਿਰਧ ਸਾਰੇ ਇਕੱਠੇ ਕਰਨੇ। ਜੇਕਰ ਅਕਾਲ ਤਖ਼ਤ ਸਾਹਿਬ ਉਹਦੀ ਜ਼ਿੰਮੇਵਾਰਾਂ ਦੀ ਗੱਲ ਕਰੀਏ ਤੇ ਯੂਕੇ ਦੇ ਵਿੱਚ ਜੇ ਕੋਈ ਸਿੰਘ ਸੇਵਾ ਕਰਦੇ ਆ ਮਹਾਰਾਜ ਦੇ ਪਾਵਨ ਸਰੂਪਾਂ ਦੀ, ਤੇ ਉਹਨਾਂ ਤੇ ਇਹ ਇੱਥੋਂ ਇਲਜ਼ਾਮ ਲਾਉਂਦੇ ਆ ਕਿ ਸਤਿਕਾਰ ਕਮੇਟੀ ਵਾਲੇ ਸਿੰਘ ਸੇਵਾ ਨਹੀਂ ਕਰ ਸਕਦੇ। ਕੀ ਇਹ ਇਹਨਾਂ ਦਾ ਆਪਣਾ ਬੰਦਾ ਸੀਗਾ ਵੀ ਜਿਹਨੂੰ ਇੰਨੀ ਖੁੱਲ੍ਹ ਦਿੱਤੀ ਹੋਈ ਸੀ ਕਿ ਮਹਾਰਾਜ ਦੇ ਪਾਵਨ ਸਰੂਪ? ਗੁਰਦਾਸਪੁਰ ਦੇ ਵਿੱਚ ਵੀ ਇਹ 'ਤੇ ਬਲੇਮ ਲੱਗਾ ਕਿ ਮਹਾਰਾਜ ਦੇ ਪਾਵਨ ਸਰੂਪ 8 ਮਹੀਨੇ ਇਹਨੇ ਇੱਕ ਥਾਂ ਇਕੱਠੇ ਕਰਕੇ ਤੇ 8 ਮਹੀਨੇ ਗੁਰਦੁਆਰਾ ਸਾਹਿਬ ਕਿਸੇ ਜਗ੍ਹਾ ਦੇ ਉੱਤੇ ਬੰਦ ਕਰ ਛੱਡੇ, ਉੱਥੇ ਵੀ ਬੇਅਦਬੀ ਹੋਈ, ਉਹ ਇੱਥੇ ਇਲਜ਼ਾਮ ਆ। ਉਦੋਂ ਬਾਅਦ ਇਹ ਗੁਰਦੁਆਰਾ ਕਲਿਆਣ ਸਾਹਿਬ ਅਰਦਾਸ ਸਾਹਿਬ ਜਾਂਦਾ ਵਾ ਜਿਹੜਾ ਇਹ ਬੰਦਾ, ਇਹ ਜਾ ਕੇ ਉੱਥੇ ਸੰਗਤ ਨੂੰ ਕਹਿੰਦਾ ਹੈ, ਇਹ ਸੰਗਤ ਕੋਲੋਂ ਖੜਦਾ ਵਾ, ਖੜ ਕੇ ਉੱਥੇ ਕਿ ਅਸੀਂ ਦਰਸ਼ਨ ਕਰਨ ਆਏ ਆ, ਕਿਉਂਕਿ ਇਹਦੇ ਵੱਲ ਨੂੰ ਸ਼ੱਕ ਦੀ ਸੂਈ ਤਾਂ ਕਰਕੇ ਗਈ ਸਾਰੇ ਸਿੰਘਾਂ ਦੀ ਕਿ ਇਹ ਉੱਥੇ ਜਦੋਂ ਸੰਗਤ ਨੂੰ ਖੜਦਾ ਕਿ ਦਰਸ਼ਨ ਕਰਾਉਣ ਵਾਸਤੇ ਆਏ ਆ। ਉੱਥੋਂ ਦੇ ਪ੍ਰਬੰਧਕਾਂ ਨੂੰ ਇਹਨੇ ਕਿਹਾ ਕਿ ਮਹਾਰਾਜ ਦੇ ਪਾਵਨ ਸਰੂਪ ਉੱਥੇ ਹੈ ਨਹੀਂ।
ਉਦੋਂ ਬਾਅਦ ਇਹਨੇ ਕਿਹਾ ਕਿ ਜਾਂ ਤਾਂ ਤੁਸੀਂ ਪਤਾ ਕਰੋ, ਨਹੀਂ ਤੇ ਮੈਂ ਤੁਹਾਨੂੰ ਲੱਭ ਕੇ ਦਊਂਗਾ। ਇਹ ਸੰਗਤ ਦੇ ਵਿੱਚ ਉੱਥੇ ਇਹਨੇ ਗੱਲ ਕੀਤੀ, ਇਹਦੇ ਵੱਲ ਨੂੰ ਸ਼ੱਕ ਦੀ ਸੂਈ ਗਈ। ਪਰ ਦੁੱਖ ਦੀ ਗੱਲ ਇਹ ਆ ਕਿ ਪ੍ਰਸ਼ਾਸਨ ਇਸ ਗੱਲ ਤੇ ਕਿਉਂ ਨਹੀਂ ਗਾ ਪੂਰਾ ਇਹ 'ਤੇ ਸਖਤਾਈ ਕੀਤੀ, ਕਿਉਂਕਿ ਇਹ 'ਤੇ ਪਰਚਾ ਦਰਜ ਕਰਕੇ 295 ਦਾ ਇਹਨੂੰ ਜ਼ਮਾਨਤ ਵੀ ਦੇ ਦਿੱਤੀ। ਇਹਦੇ ਕੋਈ ਜਿਹੜੀ ਇਹਦੀ ਪੁੱਛਗਿੱਛ ਵੀ ਕੀਤੀ, ਪੁੱਛਗਿੱਛ ਵੀ ਅੱਜ ਇਹ ਪਤਾ ਲੱਗਾ ਕਿ ਪ੍ਰਸ਼ਾਸਨ ਵਾਲੇ ਕਹਿੰਦੇ ਵੀ ਸਾਨੂੰ ਵੀ ਸ਼ੱਕ ਆ, ਸਾਰੇ ਸਿੰਘਾਂ ਨੂੰ ਵੀ ਸ਼ੱਕ ਸੀ। ਪਰ ਅੱਜ ਉਹ ਸ਼ੱਕ ਜਿਹੜਾ ਵਾ ਸਬੂਤਾਂ ਦੇ ਤੌਰ ਤੇ ਬਦਲ ਗਿਆ ਜਦੋਂ ਇਹਦੀ ਘਰ ਦੀ ਇੱਕ ਨਹੁੰ ਨੇ ਹੀ ਸਾਰਾ ਕੁਝ ਜਿਹੜਾ ਸੱਚ ਸਾਹਮਣੇ ਲਿਆਂਦਾ। ਉਹਨੇ ਦੱਸਿਆ, ਜੋ ਦੱਸਿਆ ਭਾਈ ਸੁਖਜੀਤ ਸਿੰਘ ਖੋਸੇ ਦੇ ਨਾਲ ਗੱਲਬਾਤ ਕੀਤੀ ਆ, ਤੇ ਭਾਈ ਅਮਰੀਕ ਸਿੰਘ ਹੋਣਾ ਦੀ ਇਹਨਾਂ ਦੀ ਲੰਮੇ ਸਮੇਂ ਤੋਂ ਅਫਸਰਾਂ ਨਾਲ ਗੱਲ ਚੱਲਦੀ ਸੀ। ਤੇ ਅੱਜ ਜਦੋਂ ਇਹ ਸਾਰਾ ਸਾਹਮਣੇ ਆਇਆ, ਤੇ ਪਰ ਦੁੱਖ ਵਾਲੀ ਗੱਲ ਹੈ ਕਿ ਇੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ ਹੋਵੇ ਤੇ ਉੱਥੇ ਹੀ ਐਡੀ ਵੱਡੀ ਘਟਨਾ ਹੋਵੇ, ਤੇ ਲੰਮੇ ਸਮੇਂ ਤੋਂ ਫਿਰ ਇਹ ਘਟਨਾ ਚੱਲਦੀ ਹੋਵੇ, ਤੇ ਫਿਰ ਵੀ ਉਹਦੇ ਘਰ ਨਿੱਜੀ ਘਰ ਦੇ ਵਿੱਚ ਇੰਨੇ ਪਾਵਨ ਸਰੂਪਾਂ ਦਾ ਪ੍ਰਕਾਸ਼, ਇਹ ਜਿਹੜਾ ਵਾ ਇਹ ਮਤਲਬ ਕਿ ਇਹ ਬੜਾ ਗਲਤ ਆ ਕਿ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਤਾਂ ਕਰਕੇ ਇਹ ਜਿਹੜੀਆਂ ਘਟਨਾ ਹੋ ਰਹੀਆਂ, ਤੇ ਅਸੀਂ ਤਾਂ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹਨਾਂ ਗੱਲਾਂ ਤੇ ਅਵੇਸਲੇ ਨਾ ਹੋ, ਕਿਉਂਕਿ ਤੁਸੀਂ ਅਵੇਸਲੇ ਹੋਏ ਆ ਤੇ ਤਾਂ ਇਹ ਘਟਨਾ ਜਿਹੜੀਆਂ ਉਹ ਵੱਧਦੀਆਂ ਜਾਂਦੀਆਂ ਵਾ। ਜੇ ਦੋਸ਼ੀਆਂ ਨੂੰ ਸਖਤ ਸਜ਼ਾ ਕੀਤੀ ਜਾਵੇ ਤੇ ਫਿਰ ਇਹ ਘਟਨਾ ਰੁਕ ਸਕਦੀਆਂ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਆ ਉਹ ਕੁੰਭ ਕਰਨ ਦੀ ਨੀਂਦ ਸੁੱਤੀ ਆ, ਉਹਨੂੰ ਉੱਠਣਾ ਪਊਗਾ, ਜਾਗਣਾ ਪਊਗਾ। ਜੇਕਰ ਜਿਹੜੀ ਉਹ ਅਕਾਲੀਆਂ ਦੀ ਜਾਂ ਉਹ ਇੱਕ ਸਿੱਖਾਂ ਦੀ ਜਮਾਤ ਆ ਉਹਨੂੰ ਜਾਗਦੀ ਰੱਖਣਾ ਵਾ, ਤੇ ਹੀ ਗੁਰੂ ਸਾਹਿਬ ਦੀ ਸੇਵਾ ਜਿਹੜੀ ਆ ਉਹਨਾਂ ਨੂੰ ਕਰਨੀ ਪਊਗੀ ਜੀ। ਪਰ ਸਰੂਪ ਬਹੁਤ ਥਾਵਾਂ ਤੋਂ ਮਿਲਦੇ ਨੇ, ਬਰਾਮਦ ਹੁੰਦੇ ਨੇ। ਹੁਣ ਜਿੱਦਾਂ ਇੱਥੋਂ ਤੋਂ 3 ਛਾਪੇ ਵਾਲੇ ਸਰੂਪ ਮਿਲੇ ਨੇ ਤੇ ਇੱਕ ਹੱਥ ਲਿਖਤ ਸਰੂਪ ਮਿਲਿਆ, ਲੜੀਵਾਰ ਸਰੂਪ ਮਿਲਿਆ। ਲੜੀਵਾਰ ਸਰੂਪ ਸਾਡੇ ਵਾਸਤੇ ਸਾਡੀ ਕੌਮ ਦਾ ਖਜ਼ਾਨਾ ਹੈ, ਤੇ ਉਹ ਖਜ਼ਾਨੇ ਨੂੰ ਸਾਂਭਣਾ ਹੀ ਬਹੁਤ ਜ਼ਰੂਰੀ ਹੈ, ਕਿਉਂਕਿ ਬਹੁਤ ਥਾਵਾਂ ਤੋਂ ਲੜੀਵਾਰ ਸਰੂਪ ਬਰਾਮਦ ਕੀਤੇ ਜਾਂਦੇ ਨੇ, SGPC ਦੇ ਗੁਰੂ ਘਰ ਤੱਕ ਪਹੁੰਚਾਏ ਵੀ ਜਾਂਦੇ ਨੇ। ਪਰ ਜਦੋਂ ਦੁਆਰਾ ਤੋਂ ਦਰਸ਼ਨ ਕਰਨ ਵਾਸਤੇ ਸੰਗਤ ਉੱਥੇ ਜਾਂਦੀ ਹੈ ਵੀ ਸਾਨੂੰ ਉਹ ਸਰੂਪ ਦੇ ਦਰਸ਼ਨ ਕਰਵਾਏ ਜਾਣ, ਤਾਂ ਮਿਲਦੇ ਨਹੀਂ ਉਹ ਸਰੂਪ। ਇਹਦੇ ਬਾਰੇ ਕੀ ਸੋਚਦੇ ਹੋ? ਇਹ ਵਿੱਚ ਜਿਹੜਾ ਜਦੋਂ ਇਹ ਮਿਲਦੇ ਨਾ ਜੀ, ਜਿਹੜੇ ਇਹ ਵਪਾਰੀ ਲੋਕ ਆ, ਵਪਾਰੀ ਲੋਕਾਂ ਨੇ ਪਤਾ ਨਹੀਂ ਉਹਨਾਂ ਦੀਆਂ ਕਿੱਥੇ ਤਾਰਾਂ ਜੁੜੀਆਂ ਵਾ। ਜਿਹੜਾ ਪੁਰਾਤਨ ਖਜ਼ਾਨਾ ਵਾ, ਜਿਹੜਾ ਜਿਨ੍ਹਾਂ ਦੇ ਦਰਸ਼ਨ ਕਰਾਉਣੇ ਆ, ਉਹਨਾਂ ਨੂੰ ਇਹ ਅਗਨ ਭੇਟ ਕਰੀ ਜਾ ਰਹੇ ਆ। ਹੁਣ ਆਪਣੇ ਆ ਵੇਖੋ ਕਿੱਡਾ ਵੱਡਾ ਇਹ ਖਜ਼ਾਨਾ ਸੀਗਾ ਸਿੱਖਾਂ ਦਾ, ਜਿਹੜਾ ਇਹ ਬੰਦੇ ਨੇ ਅਗਨ ਭੇਟ ਕਰਕੇ ਤੇ ਇਹ ਖਤਮ ਕਰ ਦਿੱਤਾ। ਇੱਕ ਦੋ ਥਾਵਾਂ ਤੇ ਹੋਰ ਵੀ ਮਸਲੇ ਆ, ਉੱਤਰਾਖੰਡ ਦੇ ਵਿੱਚ ਇਹ ਇੱਕ ਮਸਲਾ ਚੱਲਣ ਡਿਆ, ਉੱਥੇ ਵੀ ਇਹੀ ਆ। ਉਹਨਾਂ ਕੋਈ ਬਹੁਤ ਗਿਣਤੀ ਦੇ ਵਿੱਚ ਮਹਾਰਾਜ ਦੇ ਪਾਵਨ ਸਰੂਪ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਥੇ ਵੀ ਕੁਝ ਨਹੀਂ ਕੀਤਾ। ਇਹਦੇ ਤੇ ਸਖਤ ਹੋਣ ਦੀ ਲੋੜ ਆ। ਤੇ ਜਿਹੜੀਆਂ ਸਿੱਖ ਜਥੇਬੰਦੀਆਂ ਨੇ, ਜਿਸ ਤਰ੍ਹਾਂ ਵੱਡੀਆਂ ਜਮਾਤਾਂ ਨੇ, ਨਿਹੰਗ ਸਿੰਘ ਜਥੇਬੰਦੀਆਂ, ਉਹਨਾਂ ਨੂੰ ਵੀ ਇਸ ਚੀਜ਼ ਤੇ ਬਹੁਤ ਜ਼ਰੂਰੀ ਸੋਚਣ ਦੀ ਲੋੜ ਆ। ਉਹ ਵੀ ਇਕਮੁੱਠ ਹੋ ਕੇ, ਕਿਉਂਕਿ ਆਹ ਜਿਹੜੇ ਸਿੰਘ ਆ, ਇੰਨੇ ਕੁ ਸਿੰਘ ਜਿੱਥੇ ਵੀ ਕਿਤੇ ਜਾਂਦੇ ਆ ਗੁਰੂ ਸਾਹਿਬ ਦੀ ਸੇਵਾ ਵਾਸਤੇ, ਇਹੀ ਸਿੰਘ ਜਾਂਦੇ ਆ। ਪਰ ਉੱਥੇ ਸਾਨੂੰ ਇਕਮੁੱਠ ਹੋ ਕੇ ਜਿਹੜੇ ਵੱਡੇ ਸਾਡੇ ਜ਼ਿੰਮੇਵਾਰ ਸਿੰਘ ਆ, ਉਹਨਾਂ ਨੂੰ ਇਹ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਆ, ਤਾਂ ਕਰਕੇ ਮਸਲਾ ਹੱਲ ਹੋਊਗਾ। ਬਿਲਕੁਲ। ਸਾਡੇ ਨਾਲ ਸਤਿਕਾਰ ਕਮੇਟੀ ਤੋਂ ਸੁਖਜੀਤ ਸਿੰਘ ਖੋਸਾ ਵੀ ਨੇ, ਜਿਹੜੇ ਡੇ 1 ਤੋਂ ਇਸ ਕੇਸ ਦੇ ਨਾਲ ਜੁੜੇ ਹੋਏ ਨੇ। ਤੇ ਗੋਰੇ ਦੀ ਨੂੰਹ ਨੇ ਵੀ ਇਹਨਾਂ ਨੂੰ ਹੀ ਸੰਪਰਕ ਕੀਤਾ ਸੀ ਕਿ ਮੈਂ ਕੁਝ ਸੱਚਾਈਆਂ ਤੁਹਾਡੇ ਸਾਹਮਣੇ ਰੱਖਣੀਆਂ ਨੇ, ਤੇ ਇਹਨਾਂ ਤੋਂ ਜਾਣਦੇ ਹੋ ਕਿ ਇਹਨਾਂ ਨੇ ਬਹੁਤ ਨੇੜਿਓਂ ਇਹ ਚੀਜ਼ਾਂ ਦੇਖੀਆਂ ਨੇ। ਤੇ ਸਭ ਤੋਂ ਪਹਿਲਾਂ ਤਾਂ ਕਿ ਉਹਨਾਂ ਦੀ ਜਿਹੜੀ ਨੂੰਹ ਹੈ, ਉਹਨਾਂ ਨੇ ਤੁਹਾਨੂੰ ਕਿੱਦਾਂ ਸੰਪਰਕ ਕੀਤਾ, ਕਿੱਦਾਂ ਦੱਸਿਆ ਇਹ ਚੀਜ਼? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਹਰ ਜਿੱਥੇ ਕਿਸੇ ਨੂੰ ਕੋਈ ਪੀੜਾ ਹੁੰਦੀ ਆ, ਤੇ ਉਹ ਫਿਰ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰਦਾ ਆ, ਕਿਉਂਕਿ ਗੁਰੂ ਦਾ ਸਿੱਖ ਤੇ ਗੁਰੂ ਦਾ ਸਤਿਕਾਰ। ਉਹ ਫਿਰ ਜਦੋਂ ਉਹਨਾਂ ਨੇ ਬਣਾਇਆ ਸਾਰਾ ਮੇਰੇ ਨਾਲ ਸੰਬੰਧ ਬਣਾਇਆ ਆਪਣੇ ਦਾ ਫੋਨ ਰਾਹੀਂ, ਤੇ ਮੈਨੂੰ ਉਹਨਾਂ ਨੇ ਵਿਥਿਆ ਦੱਸੀ। ਉਹ ਪੌਣਾ ਘੰਟਾ ਲਗਭਗ ਬੋਲਦੇ ਰਹੇ, 40 ਮਿੰਟ। ਮੈਂ ਹੂੰ ਕਰਕੇ ਸੁਣੀ ਗਿਆ, ਪਰ ਮੇਰੇ ਮਤਲਬ ਜਿੱਦਾਂ ਜ਼ਮੀਨ ਪੈਰਾਂ ਥੱਲੋਂ ਨਿਕਲ ਰਹੀ ਸੀ ਜਦੋਂ ਬੀਬੀ ਬੋਲ ਰਹੀ ਸੀ। ਫਿਰ ਮੈਂ ਇੱਕ ਦਿਨ ਮੈਂ ਰੁਕਿਆ, ਉਹਨੇ ਫਿਰ ਮੈਨੂੰ ਇੱਕ ਕਾਲ ਕੀਤੀ ਕਿ ਤੁਸੀਂ ਕੁਛ ਕਰੋਗੇ। ਉਹਨੇ ਮੈਨੂੰ ਕੁਛ ਸ਼ਖਸੀਅਤਾਂ ਦੇ ਨਾਮ ਵੀ ਲਏ ਵੀ ਮੈਂ ਫਲਾਣੇ ਨੂੰ ਫੋਨ ਕੀਤਾ, ਪਰ ਮੈਂ ਕਿਸੇ ਨੂੰ ਵਿਅਕਤੀਗਤ ਟਾਰਗੇਟ ਨਹੀਂ ਕਰਨਾ ਚਾਹੁੰਦਾ, ਵੀ ਚਲੋ ਜੋ ਕਿਸੇ ਕੋਲ ਹੋਇਆ ਠੀਕ। ਅਸੀਂ ਫਿਰ ਆਏ ਆ, ਮੈਂ ਭਾਈ ਸਾਹਿਬ ਹੁਣਾਂ ਨਾਲ ਵੀ ਸੰਪਰਕ ਕੀਤਾ ਵੀ ਆਹ ਗੱਲ ਹੈਗੀ ਆ। ਆਪਣੇ ਸਿੰਘ ਤਰਲੋਚਨ ਸਿੰਘ ਹੋਣਾ ਨਾਲ, ਮਨਜੀਤ ਸਿੰਘ ਹੋਣਾ ਨਾਲ, ਸਾਰਿਆਂ ਨਾਲ ਅਸੀਂ ਗੁਰਮਤਾ ਕੀਤਾ ਵੀ ਆਹ ਗੱਲ ਆ। ਮੈਨੂੰ ਕਹਿੰਦੇ ਵੀ ਤੁਸੀਂ ਇੱਕ ਵਾਰੀ ਵੀ ਜਾ ਕੇ ਦੇਖਿਓ ਵੀ ਕੀ ਗੱਲਬਾਤ ਆ। ਫਿਰ ਆਪਾਂ ਆਏ, ਉਦੋਂ PC ਕੀਤੀ ਆ। PC ਤੋਂ ਬਾਅਦ ਤੁਹਾਨੂੰ ਪਤਾ, ਤੁਹਾਨੂੰ ਵੀ ਥ੍ਰੈਟਸ ਆਈਆਂ ਹੈਗੀਆਂ, ਮੈਨੂੰ ਵੀ ਥ੍ਰੈਟ ਦਿੱਤੀਆਂ ਹੈਗੀਆਂ, ਬਹੁਤ ਕੁਝ ਕੀਤਾ। ਪਰ ਆਖਰਕਾਰ ਹੋਇਆ ਕਿ ਭਈ ਜੀਤ ਮੇਰੀ, ਕਿਰਪਾ ਅਕਾਲ ਕੇਰੀ। ਗੁਰੂ ਨੇ ਕਿਰਪਾ ਕੀਤੀ, ਖਾਲਸਾ ਪੰਥ ਦੀ ਜਿੱਤ ਹੋਈ। ਅੱਜ ਸਵੇਰੇ ਹੀ ਉਹ ਪਖੰਡੀ ਐਸੇ ਹੀ ਮੇਰੇ ਖਿਆਲ ਦਰਬਾਰ 'ਚ ਕਹਿ ਕੇ ਅਰਦਾਸ ਕਰਦਾ ਸੀਗਾ ਕਿ ਜਿਨ੍ਹਾਂ ਨੇ ਇਲਜ਼ਾਮ ਲਾਏ, ਜਾਂ ਉਹਨਾਂ ਦੇ ਘਰੇ ਚੀਕਾਂ ਬਹਿਣ ਤੇ ਜਾਂ ਮੇਰੇ ਘਰੇ, ਤੇਰੇ ਘਰੋਂ ਗੁਰੂ ਚੱਲਿਆ ਵਾ, ਗੁਰੂ ਤੇਰੇ ਨਾਲ ਨਾਰਾਜ਼ ਆ, ਤੂੰ ਘਰੋਂ ਭੱਜ ਗਿਆ ਹੋਇਆ ਵਾ, ਤੂੰ ਬਾਬਾ ਬਣਿਆ ਹੋਇਆ ਸੀਗਾ। ਅੱਜ ਸ਼੍ਰੋਮਣੀ ਕਮੇਟੀ ਨੂੰ ਸਵਾਲ ਹੈ, ਤੁਹਾਡਾ ਗੌਰੇ ਮਸਕੀਨ
ਮੰਜੀ ਸਾਹਿਬ ਤੋਂ ਇਹ ਗੱਲ ਕਹਿੰਦਾ ਸੀ, ਸਤਕਾਰ ਕਮੇਟੀਆਂ ਵਾਲੇ ਸਰੂਪ ਲੈ ਜਾਂਦੇ, ਬੰਗਲਾ ਸਾਹਿਬ ਤੋਂ ਸੌਰੀ ਕਥਾ ਕਰਦਿਆਂ ਹੋਇਆਂ ਲੈ ਜਾਂਦੇ ਆ, ਰੋੜ ਦਿੰਦੇ ਆ, ਸਾੜ ਦਿੰਦੇ ਆ, ਵੇਚ ਦਿੰਦੇ ਆ। ਅੱਖਾਂ ਖੋਲ ਕੇ ਦੇਖ ਲਓ ਤੇ ਕੰਨ ਖੋਲ ਕੇ ਸੁਣ ਲਓ, ਤੁਹਾਡਾ ਪਾਲਿਆ ਹੋਇਆ ਗੁੰਡਾ ਜਿਹਨੇ 22 ਸਰੂਪ ਗੁਰਦਾਸਪੁਰ ਵਿੱਚ ਨਜ਼ਰਬੰਦ ਕਰਕੇ ਰੱਖੇ, 4 ਸਰੂਪ ਇੱਥੇ ਰੱਖੇ ਤੇ ਪਤਾ ਨਹੀਂ ਕਿੰਨੇ ਕੁ ਵੇਚ ਦਿੱਤੇ ਆ। ਅਸੀਂ ਤੁਹਾਨੂੰ ਸਕੈਂਡਲ ਨੰਗਾ ਕਰਤਾ, ਆਇਓ ਤੁਹਾਡੇ ਪਾਲੇ ਹੋਏ ਜਿਹਦੇ ਕੋਲ ਲੈਟਰ ਵਾ ਤੁਹਾਡੀ ਦਿੱਤੀ ਹੋਈ ਜੀ ਸਰੂਪ ਕਲੈਕਟ ਕਰਨ ਦੀ, ਇਕੱਠੇ ਕਰਨ ਦੀ। ਸੋ ਇਸ ਕਰਕੇ ਇਹੋ ਜਿਹੇ ਜਿਹੜੇ ਮਸੰਦ ਤੁਸੀਂ ਪਾਲ ਕੇ ਰੱਖੇ ਹੋਏ ਆ ਉਹ ਤੁਹਾਨੂੰ ਨੰਗਾ ਕਰਤਾ। ਹੁਣ ਦੇਖ ਲਓ ਕੀ ਕਾਰਵਾਈ ਕਰਦੇ ਆ। ਤੇ ਰਹੀ ਗੱਲ ਸਫਰੀ ਸਰੂਪ ਦੀ, ਅਸੀਂ ਤਾਂ ਹਜੇ ਉਸ ਸਰੂਪ ਦੇ ਦਰਸ਼ਨ ਵੀ ਨਹੀਂ ਕੀਤੇ ਹੈਗੇ ਸੀਗੇ। ਤੇ ਇਸ ਪਾਪੀ ਨੂੰ ਨਰਕਾਂ ਵਿੱਚ ਵੀ ਜੇ ਇਹਨਾਂ ਨੂੰ ਢੋਈ ਨਹੀਂ ਮਿਲਣੀ ਚਾਹੀਦੀ ਜਿਨ੍ਹਾਂ ਨੇ ਇਹ ਕਾਰਜ ਕੀਤਾ, ਨਾ ਮਿਲਣੀ ਵੀ ਨਹੀਂ ਹੈ ਇਸ ਜਹਾਨ ਤੋਂ ਵੀ, ਕਿਉਂਕਿ ਜਿਹੜਾ ਗੁਰੂ ਦਾ ਦਖਿਆਰਾ ਸੰਗਤਾਂ ਨੂੰ ਉਹਨਾਂ ਰੋਟੀ ਬੋਟੀ ਦੀ ਸਾਂਝ, ਕੁੜੀ ਮਾਰ, ਨਲੀ ਮਾਰ, ਰਾਮ ਰਾਈਏ, ਧੀਰ ਮੱਲੀਏ, ਮਤਲਬ ਦੋਖੀ ਹੈ ਨਾ ਗੁਰੂ ਦੇ, ਤਾਂ ਕਰਕੇ ਉਹਨਾਂ ਤੋਂ ਵਰਜਿਤ ਕੀਤਾ। ਅੱਜ ਇਹ ਵੀ ਗੁਰੂ ਦਾ ਦੋਖੀ ਆ। ਇਹਦੇ ਤੇ ਪਹਿਲਾਂ 295 ਇਹਦਾ ਪਰਚਾ ਹੋ ਚੁੱਕਾ ਹੋਇਆ ਵਾ। ਹੁਣ ਜਿਹੜੀ ਇਹਦੀ ਜਨਾਨੀ ਆ ਤੇ ਇਹਦਾ ਜਿਹੜਾ ਲੜਕਾ ਆ, ਉਹਨਾਂ ਦੇ ਉੱਤੇ ਇਹਨਾਂ ਦੇ ਸਰਕਾਰ ਪ੍ਰਸ਼ਾਸਨ ਨੂੰ ਜਿਹੜੀਆਂ ਧਾਰਾਵਾਂ ਲਾਉਣੀਆਂ ਚਾਹੀਦੀਆਂ ਆ। ਤੇ ਜਦੋਂ ਇਹਨਾਂ 'ਤੇ ਧਾਰਾਵਾਂ ਲੱਗ ਜਾਂਦੀਆਂ ਤੇ ਇਹਨਾਂ ਨੂੰ ਜੇਲ੍ਹ ਅੰਦਰ ਸਿੱਟਣਾ ਚਾਹੀਦਾ ਆ। ਤੇ ਸਮਾਂ ਰਹਿੰਦਿਆਂ ਪ੍ਰਸ਼ਾਸਨ ਨੂੰ ਇਹ ਸੰਭਾਲ ਲੈਣੀ ਚਾਹੀਦੀ ਗੱਲ। ਪਰ ਪੁਰਾਤਨ ਸਰੂਪ ਜਿੰਨੇ ਵੀ ਹੱਥ ਲਿਖਤ ਸਰੂਪ ਹੈਗੇ ਨੇ ਜਾਂ ਸਫਰੀ ਸਰੂਪ ਹੈਗੇ ਨੇ, ਉਹਨਾਂ ਵੱਲ ਅਗਰ ਨਜ਼ਰ ਮਾਰੀਏ ਤਾਂ ਬਹੁਤ ਮਹਿੰਗੇ ਮੁੱਲਾਂ ਤੇ ਇਹ ਵਿਕਦੇ ਨੇ। ਤੇ ਜਿੰਨੇ ਵੀ ਆਪਾਂ SGPC ਤੱਕ ਪਹੁੰਚਾ ਦਿੰਦੇ ਆ ਉਹ ਸਰੂਪ, ਤੇ ਉਹ SGPC ਦੇ ਕੋਲ ਵੀ ਅਗਰ ਮੁੜ ਕੇ ਅਸੀਂ ਪੁੱਛਦੇ ਹਾਂ, ਜਿੱਦਾਂ ਮੈਂ ਪਹਿਲਾਂ ਵੀ ਸਵਾਲ ਕੀਤਾ, ਉਹ ਗਾਇਬ ਹੀ ਸਾਨੂੰ ਨਜ਼ਰ ਆਉਂਦੇ ਨੇ, ਕਦੀ ਉਹਦੀ ਨਿਸ਼ਾਨਦੇਹੀ ਦੁਆਰਾ ਤੋਂ ਹੋਈ ਨਹੀਂ। ਉਹਨੂੰ ਕਿੱਦਾਂ ਦੇਖਦੇ ਹੋ ਤੁਸੀਂ? ਇਸ ਧੰਦੇ ਦੇ ਵਿੱਚ ਕਿਤੇ ਨਾ ਕਿਤੇ SGPC ਵੀ ਸ਼ਾਮਿਲ ਹੈ। ਬਿਲਕੁਲ, ਉਹ ਪੁਰਾਤਨਤਾ ਨੂੰ ਇੱਕ ਤਰ੍ਹਾਂ ਨਾਲ ਸਮਾਪਤ ਕਰਨ ਵਾਲੇ ਬੰਨੇ ਲੱਗਿਆ। ਪਰੰਤੂ ਜਿਹੜਾ ਅੱਜ ਆਹ ਪੁਰਾਤਨ ਸਰੂਪ ਆ, ਇਹ ਗੁਰਦੁਆਰਾ ਕਲਿਆਣ ਸਾਹਿਬ ਜਾਇਆ ਜਾਊਗਾ। ਜਥੇਬੰਦੀਆਂ ਦੀ ਸੇਵਾ ਸੰਭਾਲ ਉਹਦੀ ਕਰਨਗੀਆਂ ਤੇ ਗੁਰੂ ਕਿਰਪਾ ਕਰੇ। 2 ਸਰੂਪ ਦੁਖਨਿਵਾਰਨ ਸਾਹਿਬ ਚਲੇ ਗਏ, ਉਹਨਾਂ ਨੇ ਉੱਥੇ ਮੇਰੇ ਖਿਆਲ ਅਸਮਰਥਾ ਪ੍ਰਗਟਾਈ ਆ ਕਿ ਸਾਡੇ ਕੋਲ ਥਾਂ ਨਹੀਂ ਹੈਗੀ ਜਾਂ ਕਿੱਦਾਂ ਕੀ ਆ, ਮੈਸੇਜ ਆਇਆ ਸੀ। ਇਹ ਜਿਹੜੇ ਗੁਰੂ ਸਾਹਿਬ ਦੇ 2 ਪਾਵਨ ਸਰੂਪ ਆ, ਇਹ ਗੁਰਦੁਆਰਾ ਕਲਿਆਣਸਰ ਸਾਹਿਬ, ਹਾਂਜੀ ਕਲਿਆਣਸਰ ਸਾਹਿਬ ਪਹੁੰਚਾਏ ਜਾਣਗੇ ਤੇ ਉੱਥੇ ਸੇਵਾ ਹੱਥ ਲਿਖਤ ਜਿਹੜਾ ਸਰੂਪ ਹੈਗਾ ਲੜੀਵਾਰ, ਉਹ ਵੀ ਕਲਿਆਣਸਰ ਸਾਹਿਬ ਜਾਊਗਾ। ਬਿਲਕੁਲ ਕਲਿਆਣਸਰ ਸਾਹਿਬ ਹੀ ਜਾਏਗਾ ਜੀ। ਤੇ ਉਮੀਦ ਕਰਦੇ ਹਾਂ ਵੀ ਜੇਕਰ ਤੁਸੀਂ, ਕਿਉਂਕਿ ਬਹੁਤ ਘੱਟ ਸੰਗਤਾਂ ਨੇ ਜਿਨ੍ਹਾਂ ਨੇ ਲੜੀਵਾਰ ਸਰੂਪ ਦੇ ਦਰਸ਼ਨ ਕੀਤੇ ਨੇ, ਸਾਡਾ ਬਹੁਤ ਪੁਰਾਤਨ ਖਜ਼ਾਨਾ ਹੈ ਉਹ ਕਲਿਆਣਸਰ ਸਾਹਿਬ ਪਟਿਆਲੇ ਦੇ ਨੇੜੇ ਹੀ ਹੈ ਗੁਰੂ ਘਰ, ਤੁਸੀਂ ਉੱਥੇ ਜਾ ਕੇ ਦਰਸ਼ਨ ਇਹ ਕਰ ਸਕਦੇ ਹੋ। ਅੰਤ ਦੇ ਵਿੱਚ ਸੰਗਤ ਨੂੰ ਜਾਂ SGPC ਨੂੰ ਕੁਝ ਕਹਿਣਾ ਚਾਹੋਗੇ? ਦੇਖੋ ਜੀ, ਗੱਲ SGPC ਨੂੰ ਕਹਿਣ ਵਾਲੀ ਕਿਹੜੀ ਗੱਲ ਆ ਵੀ ਹੁਣ ਉਹਦੇ ਨੱਕ ਦੇ ਥੱਲੇ ਹੋ ਰਿਹਾ ਸਾਰਾ ਕੁਝ। ਆਹ ਗੁਰਦੁਆਰਾ ਦੂਖਨਿਵਾਰਨ ਸਾਹਿਬ ਇੱਕ ਕੇਂਦਰ ਆ ਇੱਧਰਲੇ ਮਾਲਵੇ ਏਰੀਏ ਦਾ। ਫਤਿਹਗੜ੍ਹ ਸਾਹਿਬ, ਦੂਖਨਿਵਾਰਨ ਸਾਹਿਬ, ਫਤਿਹਗੜ੍ਹ ਸਾਹਿਬ ਵੀ ਇੱਥੋਂ 30-35 ਕਿਲੋਮੀਟਰ ਹੀ ਆ ਸਾਰਾ। ਪਰੰਤੂ ਆ ਜੋ ਹੋ ਰਿਹਾ, ਇਹਨਾਂ ਨੂੰ ਕਿਸੇ ਨੂੰ ਸਮਝ ਨਹੀਂ ਆਉਂਦੀ। ਦੇਖਣ, ਆਪਣੇ ਲਿਫਾਫਾ ਕਲਚਰ ਤੋਂ ਬਾਹਰ ਆਉਣ ਤੇ ਦੇਖਣ ਕਿ ਸਤਿਗੁਰ ਪਾਤਸ਼ਾਹ ਦੇ ਸਰੂਪ ਕਿੰਨੇ, ਕਿੱਥੇ, ਕਿਵੇਂ ਦੇ ਹਾਲਾਤਾਂ ਵਿੱਚ ਨੇ, ਉਹਨਾਂ ਦੀ ਸੇਵਾ ਸੰਭਾਲ ਹੋ ਰਹੀ, ਕੌਣ ਗੁਰੂ ਗ੍ਰੰਥ ਸਾਹਿਬ ਦੇ ਉੱਤੋਂ ਕਮਾਈ ਕਰਕੇ ਖਾ ਰਿਹਾ, ਇਹ ਵੇਖਣਾ ਪਏਗਾ। ਤੇ ਨਹੀਂ ਤੇ ਸਾਨੂੰ ਇਤਿਹਾਸ ਮਾਫ ਨਹੀਂ ਕਰੂਗਾ। ਜੀ ਬਿਲਕੁਲ, ਧੰਨਵਾਦ ਬਹੁਤ-ਬਹੁਤ। ਕਿਉਂਕਿ ਸਰੂਪ ਪਾਲਕੀ ਸਾਹਿਬ ਸ਼ਾਇਦ ਆ ਗਈ ਤੇ ਸਰੂਪ ਲੈ ਕੇ ਜਾਏ ਜਾ ਰਹੇ ਨੇ। ਤੇ ਮੈਂ ਇਹੀ ਅੰਤਤಃ ਬੇਨਤੀ ਕਰਾਂਗਾ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਨੂੰ, ਜੇਕਰ ਤੁਹਾਡੇ ਨੇੜੇ ਵੀ ਕਿਤੇ ਵੀ ਅਗਰ ਅਜਿਹੀ ਬੇਅਦਬੀ ਹੁੰਦੀ ਨਜ਼ਰ ਆਉਂਦੀ ਹੈ, ਲੱਗਦਾ ਕਿ ਕੋਈ ਮਸੰਦ ਘਰ ਦੇ ਵਿੱਚ ਗੁਰੂ ਦਾ ਪ੍ਰਕਾਸ਼ ਕਰਕੇ ਧੰਦਾ ਚਲਾ ਰਿਹਾ ਹੈ, ਤਾਂ ਉਸ ਬਾਰੇ ਸਾਨੂੰ ਜ਼ਰੂਰ ਦੱਸਿਓ। ਸਤਿਕਾਰ ਕਮੇਟੀ ਦੇ ਨਾਲ ਤੁਸੀਂ ਜ਼ਰੂਰ ਸੰਪਰਕ ਕਰ ਸਕਦੇ ਹੋ, ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਤੇ ਸਿੰਘ ਸਾਹਿਬ ਕੁਝ ਕਹਿਣਾ ਚਾਹੁੰਦੇ ਨੇ, ਇਹਨਾਂ ਤੋਂ ਪੁੱਛਦੇ ਹਾਂ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਅਸੀਂ ਜਿਹੜੀਆਂ ਗੁਰਦੁਆਰਾ ਸਾਹਿਬ ਦੇ ਲੋਕਲ ਕਮੇਟੀਆਂ ਨੇ, ਉਹਨਾਂ ਨੂੰ ਵੀ ਇੰਟਰਨੈਸ਼ਨਲ ਸੰਤ ਸਮਾਜ ਸੇਵਾ ਦਲ ਵੱਲੋਂ, ਜਥੇਬੰਦੀ ਵੱਲੋਂ, ਸਾਰਿਆਂ ਵੱਲੋਂ ਅਪੀਲ ਕਰਦੇ, ਬੇਨਤੀ ਕਰਦੇ ਆ ਵੀ ਉਹ ਬੰਦੇ ਜਿਹੜੇ ਪ੍ਰਧਾਨ ਬਣੇ ਨੇ, ਕਮੇਟੀਆਂ ਦੇ ਮੈਂਬਰ, ਉਹਨਾਂ ਨੂੰ ਸ਼ਰਾਬੀ, ਕਬਾਬੀ, ਮਾਸ ਮਿੱਟੀ ਖਾਂਦੇ ਨੇ, ਸਾਰਿਆਂ ਨੂੰ ਪਤਾ ਉਹ ਕੋਈ ਜੱਗ ਜ਼ਾਹਰ ਨੇ। ਉਹਨਾਂ ਨੂੰ ਤੁਹਾਡੇ ਮੀਡੀਆ ਰਾਹੀਂ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਚੀਜ਼ਾਂ ਤੋਂ ਬਾਹਰ ਆ ਜਾਓ। ਜਿਨ੍ਹਾਂ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸੇਵਾ ਕਰਨੀ ਆ ਤੇ ਉਹ ਆਪਣਾ ਅੰਮ੍ਰਿਤ ਛਕ ਕੇ ਖੰਡੇ ਵਾਟੇ ਦਾ ਗੁਰੂ ਵਾਲੇ ਬਣ ਕੇ ਫਿਰ ਸੇਵਾ ਕਰੂ। ਇਹ ਬੇਨਤੀ ਕਰਦੇ ਤੁਹਾਡੇ ਜਰੀਏ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਅਸੀਂ ਵੀ ਪਹਿਲਾਂ ਬੇਨਤੀ ਕਰ ਚੁੱਕੇ ਹਾਂ, ਪੁਲਿਸ ਪ੍ਰਸ਼ਾਸਨ ਨੂੰ ਵੀ ਅਸੀਂ ਇਹੀ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਇਸ ਮਸਲਿਆਂ ਵੱਲ ਧਿਆਨ ਦਿੱਤਾ ਜਾਵੇ ਤੇ ਬੇਅਦਬੀ ਦੇ ਦੋਸ਼ੀਆਂ ਵਾਸਤੇ ਸਖਤ ਤੋਂ ਸਖਤ ਸਜ਼ਾ ਨਿਰਧਾਰਿਤ ਕੀਤੀ ਜਾਵੇ, ਤਾਂ ਜੋ ਕਿਸੇ ਵੀ ਸਿੰਘ ਨੂੰ ਅਜਿਹਾ ਰੋਸ਼ ਨਾ ਆਵੇ ਕਿ ਉਸ ਨੂੰ ਆਪ ਬੇਅਦਬੀ ਦੇ ਦੋਸ਼ੀਆਂ ਨੂੰ ਸੋਧਾ ਲਾਣਾ ਪਵੇ। ਸਰੂਪ ਚੱਲੇ ਨੇ, ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਰਦਾਸ। ਵਾਹਿਗੁਰੂ। ਹਾਜ਼ਰ ਨਾ ਪਾਤਸ਼ਾਹ ਨਿਰੰਕਾਰ ਪਾਤਸ਼ਾਹ ਆਪਣੇ ਚਰਨੋਂ ਕਮਲਾਂ ਤੇ ਅਰਦਾਸ ਬੇਨਤੀ ਜੋਗਦੀ ਹੈ। ਦਾਤਾਰ ਪਾਤਸ਼ਾਹ ਗੋਰਾ ਨਾਂ ਦੇ ਵਿਅਕਤੀ ਵੱਲੋਂ ਆਪ ਜੀ ਨੂੰ ਪਾਵਨ ਕ੍ਰਿਤ ਸਰੂਪਾਂ ਨੂੰ ਪ੍ਰਕਾਸ਼ਮਾਨ ਕਰਕੇ ਬੜਾ ਗੁਰਮਤਿ ਧੰਦਾ ਚਲਾਇਆ ਗਿਆ ਸੀ। ਸੱਚੇ ਪਾਤਸ਼ਾਹ
ਜਿਨ੍ਹਾਂ ਤੇ ਆਪ ਜੀ ਦੇ ਪਾਵਨ ਸਰੂਪਾਂ ਨੂੰ ਜਲਾਉਣ ਦੇ ਦੋਸ਼ ਲੱਗੇ ਨੇ। ਕਰਤਾਰ ਪਾਤਸ਼ਾਹ ਇਹੋ ਜਿਹੇ ਦੁਸ਼ਟ ਬੰਦੇ ਦੇ ਘਰ ਆਪ ਜੀ ਦਾ ਸੁਭਾਏਮਾਨ ਹੋਣਾ ਖਾਲਸਾ ਪੰਥ ਨੂੰ ਠੀਕ ਨਹੀਂ ਲੱਗ ਰਿਹਾ। ਸੱਚੇ ਪਾਤਸ਼ਾਹ ਖਾਲਸਾ ਪੰਥ ਦੇ ਕੀਤੇ ਹੋਏ ਗੁਰਮਤਿ ਅਨੁਸਾਰ ਆਪ ਜੀ ਕਿਰਪਾ ਕਰੋ, ਆਪਣੇ ਹਰਮੰਦਰਾਂ ਵੱਲ ਚਾਲੇ ਪਾਓ ਜੀ। ਰਸਤੇ ਦੇ ਬਾਅਦ ਘਾਟ ਹੋਏ ਦੇ ਸਹਾਈ ਹੋਣਾ, ਖਾਲਸਾ ਪੰਥ ਨੂੰ ਸੁੱਧ ਸਪਸ਼ਟ ਸੇਵਾ, ਅੰਮ੍ਰਿਤ ਵੇਲੇ ਦਾ ਜਾਗਣਾ, ਬਾਣੀ ਦਾ ਪਿਆਰ ਬਖਸ਼ਣਾ। ਬਖਸ਼ੋ ਜੀ ਆਗਿਆ ਸੁਖ ਹੋਵੇ, ਨਾਮ ਚਿਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਰਾਹ ਭਲਾ। ਵਾਹਿਗੁਰੂ ਸਤਿਨਾਮ ਤੇਰੇ ਆਸਰਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਨਿਹਾਲ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ